ਇਹ ਜਿਹੜਾ ਇਲੈਕਸ਼ਨ ਲੜਿਆ ਗਿਆ ਨਾ ਬਟਾਲੇ ਵਿੱਚ, ਮੇਰੀ ਆਪਣੀ ਹੋਸ਼ ਦੇ ਵਿੱਚ ਬਿਲਕੁਲ ਵਨ ਸਾਈਡਡ ਇਲੈਕਸ਼ਨ ਸੀ। ਇਹ ਇਲੈਕਸ਼ਨ ਪਾਰਟੀਆਂ ਦਾ ਨਹੀਂ ਸੀ, ਇਹ ਇਲੈਕਸ਼ਨ ਬਾਜਵਾ ਸਾਹਿਬ ਵਰਸਸ ਵਿਪਕਸ਼ੀ ਪਾਰਟੀਆਂ ਦਾ ਸੀ। ਜਦੋਂ ਤੱਕ ਉਹਦਾ ਸੈਨਾਪਤੀ ਨਾ ਸਹੀ ਹੋਇਆ, ਤੇ ਮੈਨ ਆਫ ਦਾ ਮੈਚ ਤੇ ਉਹਨੂੰ ਹੀ ਮਿਲਣਾ ਚਾਹੀਦਾ ਜਿਹਨੇ ਚੌਕੇ ਛੱਕੇ ਮਾਰੇ। ਜਿਹਨੇ ਚੌਕੇ ਛੱਕੇ ਮਾਰੇ ਹੈ, ਮੈਨ ਆਫ ਦਾ ਮੈਚ ਵੀ ਉਹਨੂੰ ਹੀ ਮਿਲਣਾ ਚਾਹੀਦਾ ਮੇਰੇ ਸਾਹਮਣੇ। ਮੈਂ ਤੇ ਗੱਲ ਕਰ ਰਿਹਾ ਕਿ ਜਿਹੜਾ ਸੈਨਾਪਤੀ ਹੈ, ਕੌਣ ਹੈ ਸੈਨਾਪਤੀ? ਦੇਖੋ, ਤੁਹਾਨੂੰ ਇੱਕ ਗੱਲ ਸ਼ਾਇਦ ਰਸਪਾਲ ਜੀ ਪਤਾ ਹੋਏ ਕਿ ਇਹ ਜਿਹੜੇ 50 ਵਾਰਡਾਂ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਆ, 50 ਵਾਰਡਾਂ 'ਚ ਫਲੈਕਸੀਆਂ ਲੱਗੀਆਂ। ਬਾਜਵਾ ਕੈਂਡੀਡੇਟ ਦੀ ਫੋਟੋ ਤੋਂ ਉੱਪਰ ਬਾਜਵਾ ਸਾਹਿਬ ਦੀ ਫੋਟੋ ਲੱਗੀ। ਮੇਰੀ ਉਹਨਾਂ ਨਾਲ ਕੋਈ ਸੱਜਣਤਾ ਹੀ ਨਹੀਂ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ, ਮੈਂ ਤੁਹਾਡਾ ਅੱਜ ਇਸ ਗੱਲੋਂ ਵੀ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਐਡੇ ਵੱਡੇ ਇੱਕ ਰਿਪੋਰਟਰ ਹੋ, ਐਡੇ ਵੱਡੇ NRI ਚੈਨਲ ਦੇ ਰਿਪੋਰਟਰ ਹੋ, ਐਡਾ ਤੁਹਾਡਾ ਵੱਡਾ ਚੈਨਲ ਹੈ। ਤੁਸੀਂ ਵੱਡੇ ਪਾਰਟੀਆਂ ਦੇ ਅਹੁਦੇਦਾਰਾਂ ਕੋਲ ਜਾਂਦੇ ਹੋ, ਹਮੇਸ਼ਾ ਵੱਡੀਆਂ ਪਾਰਟੀਆਂ ਦੇ ਅਹੁਦੇਦਾਰਾਂ ਕੋਲ ਜਾਂਦੇ ਹੋ। ਅੱਜ ਤੁਸੀਂ ਮੇਰੇ ਵਰਗੇ ਇੱਕ ਸਧਾਰਨ ਜੇ, ਇੱਕ ਆਮ ਜੇ ਇਨਸਾਨ ਨੂੰ ਚੁਣਿਆ। ਬਟਾਲੇ ਨੇ ਬਹੁਤ ਹੀ ਨਰਕ ਵਾਲੇ ਹਾਲਾਤ ਵੇਖੇ, ਟੁੱਟੀਆਂ ਸੜਕਾਂ, ਗੰਦੇ ਸੀਵਰੇਜ। ਅਸੀਂ ਐਡੀ ਵੱਡੀਆਂ ਕਲੋਨੀਆਂ 'ਚ ਕੋਠੀਆਂ ਪਾ ਕੇ ਬੈਠੇ ਹਾਂ, ਪਰ ਬਹੁਤ ਹੀ ਬੁਰੇ ਹਾਲ। ਇਹ ਪਿਛਲੇ 2 ਸਾਲ ਤੋਂ ਹੀ ਹੈ। ਜਿੰਨਾ ਬਾਜਵਾ ਸਾਹਿਬ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ, ਬਟਾਲਾ ਬਾਬਾ ਨਾਨਕ ਦੀ ਨਗਰੀ ਹੈ। ਬਾਜਵਾ ਸਾਹਿਬ ਨੇ ਬਟਾਲੇ ਨੂੰ ਬਾਬੇ ਨਾਨਕ ਵਾਂਗ ਹੀ ਪੂਜਿਆ। ਇੱਕ ਫਿਲਮ ਆਈ ਸੀ ਸ਼ੋਲੇ, ਉਹਦੇ 'ਚ ਡਾਇਲੌਗ ਸੀ, ਗੱਬਰ ਸਿੰਘ ਮਾਂ ਕਹਿੰਦੀ ਹੈ ਸੋ ਜਾ ਬੱਚੇ ਨਹੀਂ ਤਾਂ ਗੱਬਰ ਸਿੰਘ ਆ ਜਾਏਗਾ। ਅੱਜ ਵਿਪਕਸ਼ੀ ਪਾਰਟੀਆਂ ਕਹਿੰਦੀਆਂ ਬਹਿ ਜਾ ਨਹੀਂ ਤਾਂ ਸੁਖਦੀਪ ਤੇਜਾ ਆ ਜਾਏਗਾ। ਸੁਖ ਤੇਜਾ ਹੋਣੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ, ਸਾਰੀ ਆਪਣੀ ਟੀਮ ਨੂੰ ਵੀ। ਹੁਣ ਜਿਹੜੇ 36 ਜਿੱਤੇ ਨੇ, ਜਿਹੜੇ ਨਹੀਂ ਵੀ ਜਿੱਤੇ ਉਹ ਵੀ ਨਾਲ ਟੀਮ ਆਏਗੀ। ਜਿਹੜੇ 14 ਦੂਜੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ। ਸੁਖ ਤੇਜਾ ਹੋਣਾ ਚਾਹੀਏ, ਕਾਬਲੀਅਤ ਹੈ, ਡਿਵੈਲਪਮੈਂਟ ਹੋਏਗੀ। ਉਹਨਾਂ ਦੇ ਵਾਰਡਾਂ 'ਚ ਵੀ ਹੋਣੀ ਹੈ ਜਿਹੜੇ ਵਾਰਡ ਹਰੇ ਹੈ। ਬਟਾਲਾ ਮੇਅਰ ਨੂੰ ਲੈ ਕੇ ਕੁਛ ਲੋਕਾਂ ਦਾ ਅੰਦਾਜ਼ਾ ਹੈ ਕਿ ਬਹੁਤ ਵੱਡਾ ਸਸਪੈਂਸ ਹੈ, ਔਰ ਕੁਛ ਸ਼ਹਿਰ ਵਾਸੀ ਇਹ ਕਹਿ ਰਹੇ ਨੇ ਕਿ ਕੰਧ ਦੇ ਉੱਤੇ, ਚਿੱਟੇ ਦਿਨ ਕੰਧ ਦੇ ਉੱਤੇ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਕਿ ਬਟਾਲਾ ਦਾ ਮੇਅਰ ਹੈ ਕੌਣ। ਦਾ TVNRI ਲਗਾਤਾਰ ਸ਼ਹਿਰ ਦੇ ਵੱਖ-ਵੱਖ ਕੋਨਿਆਂ 'ਚ, ਸ਼ਹਿਰ ਦੇ ਵੱਖ-ਵੱਖ ਵੋਟਰਾਂ ਨਾਲ, ਵੱਖ-ਵੱਖ ਵਾਰਡਾਂ ਦੇ ਵੋਟਰਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖਿਰ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਮੇਅਰ ਦੀ ਤਸਵੀਰ ਹੈ ਕੈਸੀ। ਅਸੀਂ ਬਟਾਲਾ ਦੀ ਬਹੁਤ ਹੀ ਪੌਸ਼ ਕਲੋਨੀ, ਬਹੁਤ ਹੀ ਜਿਹੜਾ ਅਸੀਂ ਕਹਿ ਸਕਦੇ ਕਿ ਐਸਾ ਪੜ੍ਹਿਆ ਲਿਖਿਆ ਵਰਗ, ਉਸ ਵਰਗ ਦੇ ਵਿੱਚ, ਉਸ ਕਲੋਨੀ ਦੇ ਵਿੱਚ ਅਸੀਂ ਪਹੁੰਚੇ ਹਾਂ, ਡਾਇਮੰਡ ਕਲੋਨੀ। ਔਰ ਇਸ ਡਾਇਮੰਡ ਕਲੋਨੀ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਵੋਟਰਾਂ ਦੇ ਕੋਲੋਂ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਕੌਂਸਲਰ ਚੁਣੇ ਨੇ, ਆਪਣੀ ਕੀਮਤੀ ਵੋਟ ਦੇ ਨਾਲ ਉਹਨਾਂ ਨੇ ਸਰਕਾਰਾਂ ਚੁਣੀਆਂ, ਔਰ ਉਹਨਾਂ ਦੇ ਮਨਾਂ ਦੇ ਵਿੱਚ ਮੇਅਰ ਨੂੰ ਲੈ ਕੇ ਕੈਸੀ ਰਾਏ ਹੈ। ਸੋ ਸਾਡੇ ਨਾਲ ਸਲੀਮ ਮਹਾਜਨ ਜੀ ਨੇ। ਮਹਾਜਨ ਸਾਹਿਬ, ਬਟਾਲਾ ਦੇ ਲਈ ਮੇਅਰ ਇੱਕ ਪਹੇਲੀ ਬਣਿਆ ਹੋਇਆ ਹੈ, ਪਰ ਕੁਝ ਲੋਕ ਕਹਿ ਰਹੇ ਨੇ ਕਿ ਜੋ ਮੇਅਰ ਨੇ ਉਹਨਾਂ ਦਾ ਨਾਮ ਤਾਂ ਕੰਨ 'ਤੇ ਲਿਖਿਆ ਪਿਆ, ਦਿਸਦਾ ਕਿਉਂ ਨਹੀਂ ਕਈਆਂ ਨੂੰ। ਸੋ ਸਲੀਮ ਮਹਾਜਨ ਜੀ ਦਾ ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਰਿਸ਼ਪਾਲ ਜੀ ਇੱਥੇ ਆਉਣ ਦਾ ਜੀ ਆਇਆਂ ਨੂੰ ਕਰਨਾ। ਦੇਖੋ ਜੀ, ਮੇਅਰ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੈਪਟਨ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਬਟਾਲੇ, ਸਾਡੇ ਸ਼ਹਿਰ ਨੂੰ ਕਾਰਪੋਰੇਸ਼ਨ ਦਾ ਮਾਣ ਬਖਸ਼ਿਆ, ਔਰ ਅੱਜ ਬਟਾਲੇ ਦੇ ਵਿੱਚ ਪਹਿਲਾ ਮੇਅਰ ਬਣਨ ਜਾ ਰਿਹਾ ਇਲੈਕਸ਼ਨਾਂ ਤੋਂ ਬਾਅਦ। ਕਾਂਗਰਸ ਦੀ ਸਾਡੇ ਬਟਾਲੇ ਪਿਛਲੇ 2 ਸਾਲ ਤੋਂ ਜਿੰਨੀ ਕੁ ਡਿਵੈਲਪਮੈਂਟ ਹੋਈ ਹੈ ਨਾ, ਉਸ ਡਿਵੈਲਪਮੈਂਟ ਨੂੰ ਮੱਦੇਨਜ਼ਰ ਸਾਡੇ ਜੋ ਬਾਜਵਾ ਸਾਹਿਬ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਹੈ ਸਾਡੇ ਜੋ ਮੰਤਰੀ ਹੈ, ਇਹਨਾਂ ਨੇ ਬਟਾਲੇ ਦੀ ਡਿਵੈਲਪਮੈਂਟ ਬਹੁਤ ਕਰਵਾਈ ਹੈ ਪਿਛਲੇ 2 ਸਾਲ ਦੇ ਵਿੱਚ। ਔਰ ਜਿੰਨੀ ਇਹਨਾਂ ਨੇ ਡਿਵੈਲਪਮੈਂਟ ਕਰਵਾਈ ਹੈ, ਜਨਤਾ ਨੇ ਉਹਨਾਂ ਨੂੰ ਓਨਾ ਹੀ ਨਿੱਘਾ ਪਿਆਰ ਦਿੱਤਾ ਹੈ। ਇਹ ਜਿਹੜਾ ਇਲੈਕਸ਼ਨ ਲੜਿਆ ਗਿਆ ਨਾ ਬਟਾਲੇ ਵਿੱਚ, ਮੇਰੀ ਆਪਣੀ ਹੋਸ਼ ਦੇ ਵਿੱਚ ਬਿਲਕੁਲ ਵਨ ਸਾਈਡਡ ਇਲੈਕਸ਼ਨ ਸੀ। ਇਹ ਇਲੈਕਸ਼ਨ ਪਾਰਟੀਆਂ ਦਾ ਨਹੀਂ ਸੀ, ਇਹ ਇਲੈਕਸ਼ਨ ਬਾਜਵਾ ਸਾਹਿਬ ਵਰਸਸ ਵਿਪਕਸ਼ੀ ਪਾਰਟੀਆਂ ਦਾ ਸੀ। ਔਰ ਲੋਕਾਂ ਨੇ ਇਹ ਬਾਜਵਾ ਸਾਹਿਬ ਦੀ ਡਿਵੈਲਪਮੈਂਟ ਦਾ, ਲੋਕਾਂ ਨੇ ਤਹਿ ਦਿਲ ਤੋਂ, ਆਪਣੇ ਪੂਰੇ ਦਿਲ ਤੋਂ ਲੋਕਾਂ ਨੇ ਸਵਾਗਤ ਕੀਤਾ ਹੈ। ਔਰ ਦੇਖੋ, ਹੁਣ ਮੌਕਾ ਆ ਗਿਆ ਮੇਅਰ ਬਣਨ ਦਾ। ਅਤੇ ਇੱਕ ਰਾਜਾ ਉਦੋਂ ਤੱਕ ਕਾਮਯਾਬ ਨਹੀਂ ਹੁੰਦਾ ਜਦੋਂ ਤੱਕ ਉਹਦਾ ਸੈਨਾਪਤੀ ਨਾ ਸਹੀ ਹੋਏ। ਅਤੇ ਮੈਨ ਆਫ ਦਾ ਮੈਚ ਤੇ ਉਹਨੂੰ ਹੀ ਮਿਲਣਾ ਚਾਹੀਦਾ ਜਿਹਨੇ ਚੌਕੇ ਛੱਕੇ ਮਾਰੇ। ਜਿਹਨੇ ਚੌਕੇ ਛੱਕੇ ਮਾਰੇ ਹੈ, ਮੈਨ ਆਫ ਦਾ ਮੈਚ ਵੀ ਉਹਨੂੰ ਹੀ ਮਿਲਣਾ ਚਾਹੀਦਾ ਮੇਰੇ ਹਿਸਾਬ ਨਾਲ। ਤੇ ਮਹਾਜਨ ਸਾਹਿਬ, ਇਹ ਚੌਕੇ ਛੱਕੇ ਮਾਰਨ ਵਾਲੇ ਪਲੇਅਰ ਦਾ ਨਾਂ ਕੀ ਹੈ? ਚੌਕੇ ਛੱਕੇ ਮਾਰਨ ਵਾਲੇ ਪਲੇਅਰ ਤਾਂ, ਜੇ ਮੈਂ ਚੌਕੇ ਛੱਕੇ ਕਹਾਂਗਾ ਤਾਂ ਕਿਸੇ ਨੇ ਕਿਤੇ ਨਾ ਕਿਤੇ ਮਾਰਿਆ ਹੁੰਦਾ, ਇੱਕ ਅੱਧਾ ਚੌਕਾ ਹੀ ਭਾਵੇਂ ਮਾਰਿਆ ਹੋਵੇ,
ਖਾਤੇ 'ਚ ਜਾਂਦਾ ਹੈ। ਪਰ ਇਸ ਵੇਲੇ ਚੌਕੇ ਛੱਕੇ ਮਾਰਨ ਵਾਲਾ ਪਲੇਅਰ ਕੌਣ ਹੈ? ਇਸ ਪਲੇਅਰ ਨੇ ਇਕੱਲੇ ਚੌਕੇ ਛੱਕੇ ਨਹੀਂ ਮਾਰੇ, ਸੈਂਚਰੀ ਵੀ ਮਾਰੀ ਹੈ, ਸੈਂਕੜਾ ਵੀ ਮਾਰਿਆ, 5 ਵਿਕਟਾਂ ਵੀ ਨਾਲ ਲਈਆਂ। ਇਹਨੇ 5 ਵਿਕਟਾਂ ਵੀ ਨਾਲ ਲਈਆਂ। ਇਹ ਦੇਖੋ ਰਿਸ਼ਪਾਲ ਜੀ, ਤੁਸੀਂ ਬੜੇ ਸਮਝਦਾਰ ਹੋ। 2 ਸਾਲਾਂ ਤੋਂ ਜੋ ਬਟਾਲੇ 'ਚ ਹੋ ਰਿਹਾ, ਜਿੰਨੀ ਕਿ ਡਿਵੈਲਪਮੈਂਟ ਹੋ ਰਹੀ ਹੈ, ਅਸੀਂ ਆਪਣੀ ਹੋਸ਼ ਤੇ ਨਹੀਂ ਦੇਖੀ, ਪਰ ਇੱਕ ਬੱਚੇ ਨੂੰ, ਇੱਕ ਵੱਡੇ ਨੂੰ, ਇੱਕ ਬੱਚੇ ਨੂੰ, ਹਰ ਘਰ ਦੇ ਵਿੱਚ, ਹਰ ਗਲੀ ਦੇ ਵਿੱਚ ਹਰ ਬੰਦੇ ਨੂੰ ਪਤਾ ਹੈ ਕਿ ਇਹ ਡਿਵੈਲਪਮੈਂਟ ਬਾਜਵਾ ਸਾਹਿਬ ਦੀ ਰਹਿਨੁਮਾਈ 'ਚ ਹੋ ਰਹੀ ਹੈ। ਔਰ ਬਾਜਵਾ ਸਾਹਿਬ ਨੂੰ ਮਾਰਗਦਰਸ਼ਨ ਦੇਣ ਵਾਲੇ ਕੌਣ ਹੈ, ਇਹ ਸਭ ਨੂੰ ਪਤਾ ਹੈ। ਜਿਹੜਾ ਸਲਨ ਮਹਾਜਨ ਜਿਹੜੇ ਨੇ, ਇਹ ਗੱਲ ਨੂੰ ਥੋੜਾ ਦੱਬ ਰਹੇ ਨੇ, ਕਿਸ ਚੀਜ਼ ਤੋਂ ਡਰ ਲੱਗ ਰਿਹਾ ਬੋਲਣ ਤੋਂ? ਇਹਦੇ 'ਚ ਕਿਹੜੀ ਡਰ ਵਾਲੀ ਗੱਲ ਹੈ? ਜੇ ਮੈਂ ਕਿਸੇ ਦਾ ਨਾਂ ਵੀ ਲਾਂਗਾ ਨਾ, ਤੇ ਮੇਰੇ ਨਾਂ ਲੈਣ ਦਾ ਮਤਲਬ ਇਹ ਨਹੀਂ ਕਿ ਮੈਂ ਉਹਦੇ ਨਾਂ ਲਾਂ ਦੇ ਦੂਸਰੇ ਦੇ ਖਿਲਾਫ ਹਾਂ। ਮੈਂ ਤੇ ਗੱਲ ਕਰ ਰਿਹਾ ਕਿ ਜਿਹੜਾ ਸੈਨਾਪਤੀ ਹੈ। ਕੌਣ ਹੈ ਸੈਨਾਪਤੀ? ਦੇਖੋ, ਤੁਹਾਨੂੰ ਇੱਕ ਗੱਲ ਸ਼ਾਇਦ ਰਿਸ਼ਪਾਲ ਜੀ ਪਤਾ ਹੋਏ ਕਿ ਇਹ ਜਿਹੜੇ 50 ਵਾਰਡਾਂ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਆ, 50 ਵਾਰਡਾਂ 'ਚ ਫਲੈਕਸੀਆਂ ਲੱਗੀਆਂ। ਬਾਜਵਾ ਕੈਂਡੀਡੇਟ ਦੀ ਫੋਟੋ ਤੋਂ ਉੱਪਰ ਬਾਜਵਾ ਸਾਹਿਬ ਦੀ ਫੋਟੋ ਲੱਗੀ, ਤੇ ਬਾਜਵਾ ਸਾਹਿਬ ਦੀ ਫੋਟੋ ਦੇ ਨਾਲ ਬਾਜਵਾ ਸਾਹਿਬ ਦੇ ਸੈਨਾਪਤੀ ਦੀ ਫੋਟੋ ਵੀ 50 ਵਾਰਡਾਂ ਹੀ ਲੱਗੀ ਸੀ। ਮੈਨੂੰ ਨਹੀਂ ਪਤਾ, ਮੈਂ ਨਹੀਂ ਫੋਟੋਆਂ ਦੇਖੀਆਂ, ਪਰ ਸੈਨਾਪਤੀ ਦਾ ਨਾਂ ਤੇ ਦੱਸ। ਦੇਖੋ, ਹਰ ਕਾਂਗਰਸ ਦੇ ਕੈਂਡੀਡੇਟ ਨੇ ਆਪਣੇ ਵਾਰਡ 'ਚੋਂ ਇਲੈਕਸ਼ਨ ਲੜਿਆ। ਉਹ ਜਿਹੜਾ ਕਾਂਗਰਸ ਦਾ ਸੈਨਾਪਤੀ ਸੀ ਨਾ, ਉਹਨੇ ਆਪਣੇ ਵਾਰਡ 'ਚੋਂ ਵੀ ਇਲੈਕਸ਼ਨ ਲੜਿਆ, ਪਲੱਸ 50 ਵਾਰਡਾਂ 'ਚ ਜਾ ਕੇ ਉੱਥੋਂ ਵੀ ਇਲੈਕਸ਼ਨ ਲੜਿਆ। ਇੱਥੋਂ ਤੱਕ ਕਿ 2, 3, 4 ਵਾਰਡ ਇਹੋ ਜਿਹੇ ਹੀ ਜਿਨ੍ਹਾਂ ਦੇ ਵਿੱਚ 24 ਘੰਟੇ, ਜਿਹੜੇ ਹਰੇ ਦੇ ਵਾਰਡ ਸੀ ਉਹਨਾਂ 'ਚ 24 ਘੰਟੇ ਪਹਿਲਾਂ ਐਂਟਰੀ ਪਾ ਕੇ ਇਹਨਾਂ ਨੇ ਜਾ ਕੇ ਉਹ ਵੀ ਵਾਰਡ ਰਾਤੋਂ ਰਾਤ ਜਿਤਾਤੇ। ਤੇ ਤੁਸੀਂ ਆਪ ਸਮਝ ਸਕਦੇ ਹੋ, ਇਹ ਤੇ ਸਾਰੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਇਹ ਬੱਚੇ ਨੂੰ ਪਤਾ। ਤੁਹਾਡੇ ਕੋਲੋਂ ਹੀ ਸੁਣਨ ਦੀ ਲੋੜ ਹੈ ਨਾ, ਤੁਹਾਨੂੰ ਕਹਿਣ ਦੀ ਲੋੜ ਹੈ, ਤਾਂ ਹੀ ਤਾਂ ਤੁਹਾਡੇ ਅੱਗੇ ਮਾਈਕ ਕਰ ਰਹੇ ਤੇ ਕੈਮਰਾ ਕਰ ਰਹੇ, ਪਤਾ ਤੇ ਚੱਲੇ ਆਖਿਰ ਐਸਾ ਰਣਨੀਤੀਕਾਰ, ਐਸਾ ਸੈਨਾਪਤੀ ਤੁਹਾਡੀ ਨਜ਼ਰ 'ਚ ਕੌਣ ਹੈ? ਹੋ ਸਕਦਾ ਜਿਹਨੂੰ ਤੁਸੀਂ ਸਾਨੂੰ ਸਮਝ ਰਹੇ ਹੋ, ਸਾਡੇ ਨਜ਼ਰ 'ਚ ਕੁਝ ਹੋਰ ਹੋਵੇ। ਦੇਖੋ ਜੀ, ਮੇਰੇ ਹਿਸਾਬ ਨਾਲ ਤੇ ਜਿਨ੍ਹਾਂ ਨੂੰ ਬਟਾਲੇ ਦੀ ਰਾਜਨੀਤੀ ਦਾ ਭੀਸ਼ਮ ਪਿਤਾਮਾ ਵੀ ਕਿਹਾ ਜਾਂਦਾ, ਬਟਾਲੇ ਦੀ ਰਾਜਨੀਤੀ ਦਾ ਭੀਸ਼ਮ ਪਿਤਾਮਾ ਵੀ ਕਿਹਾ ਜਾਂਦਾ। ਔਰ ਜਿੱਥੋਂ ਤੱਕ ਮੇਰਾ ਡਾਇਲੌਗ ਹੈ, ਇੱਕ ਮੈਂ ਇਹਨਾਂ ਦੀ ਸਪੀਚ ਡਾਇਲੌਗ ਮਾਰਿਆ ਸੀ, ਇਹਨਾਂ ਨੂੰ ਬਟਾਲੇ ਦਾ ਗੱਬਰ ਸਿੰਘ ਵੀ ਕਿਹਾ ਜਾਂਦਾ। ਅੱਛਾ ਜੀ। ਬਟਾਲੇ ਦਾ ਗੱਬਰ ਸਿੰਘ ਵੀ ਕਿਹਾ ਜਾਂਦਾ। ਉਹ ਇੱਕੋ ਹੀ ਕੈਂਡੀਡੇਟ ਹੈ ਜਿਹੜਾ ਡਿਜ਼ਰਵ ਸਾਰੇ ਕਰਦੇ ਆ, ਪਰ ਸਭ ਤੋਂ ਵੱਧ ਜਿਹੜਾ ਡਿਜ਼ਰਵ ਕਰਦਾ ਉਹ ਸਰਦਾਰ ਸੁਖਦੀਪ ਸਿੰਘ ਜੀ ਤੇਜਾ ਜੀ ਉਰਫ ਸੁਖ ਸਰਪੰਚ ਜਿਹਨਾਂ ਨੂੰ ਕਿਹਾ ਜਾਂਦਾ, ਉਹ ਹੈ। ਆਖਿਰ ਤੁਸੀਂ ਉਹਨਾਂ 'ਚ ਐਸੀ ਖਾਸੀਅਤ ਦੇਖੀ ਕੀ ਹੈ ਕਿ ਸੁਖਦੀਪ ਸਿੰਘ ਤੇਜਾ ਸੁਖ ਸਰਪੰਚ, ਉਹਨਾਂ ਦੇ ਜਿਹੜੇ ਮੇਅਰਸ਼ਿਪ ਦੇ ਉੱਤੇ ਤੁਸੀਂ ਮੋਹਰ ਲਗਾ ਰਹੇ ਹੋ, ਉਹਨਾਂ ਦਾ ਨਾਮ ਲੈ ਰਹੇ ਹੋ, ਕੁਛ ਤਾਂ ਤੁਸੀਂ ਉਹਨਾਂ ਦਾ ਖਾਸ ਗੁਣ ਦੇਖਿਆ ਹੋਵੇਗਾ, ਕੋਈ ਖਾਸੀਅਤ ਦੇਖੀ ਹੋਵੇਗੀ ਕਿ ਜਾਂ ਸਿਰਫ ਸੱਜਣਤਾ ਹੀ ਨਿਭਾ ਰਹੇ ਆਪਾਂ? ਰਿਸ਼ਪਾਲ ਜੀ, ਮੇਰੀ ਉਹਨਾਂ ਨਾਲ ਕੋਈ ਸੱਜਣਤਾ ਹੀ ਨਹੀਂ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ, ਮੈਂ ਤੁਹਾਡਾ ਅੱਜ ਇਸ ਗੱਲੋਂ ਵੀ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਐਡੇ ਵੱਡੇ ਇੱਕ ਰਿਪੋਰਟਰ ਹੋ, ਐਡੇ ਵੱਡੇ NRI ਚੈਨਲ ਦੇ ਰਿਪੋਰਟਰ ਹੋ, ਐਡਾ ਤੁਹਾਡਾ ਵੱਡਾ ਚੈਨਲ ਹੈ। ਤੁਸੀਂ ਵੱਡੇ ਪਾਰਟੀਆਂ ਦੇ ਅਹੁਦੇਦਾਰਾਂ ਕੋਲ ਜਾਂਦੇ ਹੋ, ਹਮੇਸ਼ਾ ਵੱਡੀਆਂ ਪਾਰਟੀਆਂ ਦੇ ਅਹੁਦੇਦਾਰਾਂ ਕੋਲ ਜਾਂਦੇ ਹੋ। ਅੱਜ ਤੁਸੀਂ ਮੇਰੇ ਵਰਗੇ ਇੱਕ ਸਧਾਰਨ ਜੇ, ਇੱਕ ਆਮ ਜੇ ਇਨਸਾਨ ਨੂੰ ਚੁਣਿਆ, ਤੇ ਮੈਂ ਕਿਸੇ ਪਾਰਟੀ ਦੇ ਵਿੱਚ ਨਾ ਹੀ ਕੋਈ ਵਰਕਰ ਹਾਂ, ਨਾ ਹੀ ਕੋਈ ਅਹੁਦੇਦਾਰ ਹਾਂ, ਮੈਂ ਬਸ ਇੱਕ ਆਮ ਲੋਕਾਂ ਦੇ ਵਿੱਚ ਵਿਚਰਦਾ ਹੋਇਆ ਇੱਕ ਆਮ ਇਨਸਾਨ ਆ, ਜਿਹਨੂੰ ਕਿ ਰਾਜਨੀਤੀ ਦੀ ਥੋੜੀ ਬਹੁਤੀ ਸੂਝ-ਬੂਝ ਰੱਖਣਾ। ਮਿਸਟਰ ਤੇਜਾ ਦੀ ਮੈਂ ਜ਼ਰੂਰ ਚਾਹਾਂਗਾ ਕਿ ਐਸੀ ਖਾਸੀਅਤ ਦੇਖੀ ਕੀ ਹੈ ਜਿਹਦੇ ਕਰਕੇ ਤੁਸੀਂ ਉਹਨਾਂ ਨੂੰ ਮੇਅਰ ਦੇਖਣਾ ਚਾਹੁੰਦੇ ਹੋ, ਔਰ ਉਹਨਾਂ ਦੇ ਮੇਅਰ ਬਣਨ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਬਟਾਲੇ ਦੇ ਵਿੱਚ ਇਹੋ ਜਿਹਾ ਕੀ ਹੋਣ ਵਾਲਾ ਜਿਹੜਾ ਅੱਗੇ ਨਹੀਂ ਹੋਇਆ? ਰਿਸ਼ਪਾਲ ਜੀ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤੇ ਅਸੀਂ ਨਾਨਕੇ ਜਾਂਦੇ ਸੀ ਨਾ, ਬੱਸੇ ਬਹਿ ਗਏ, ਤੇ ਜਦੋਂ ਅਸੀਂ ਵਾਪਸ ਆਉਣਾ ਨਾ, ਤੇ ਜਦੋਂ ਬੱਸ ਕੜਕੜ ਕਰਨੀ ਸ਼ੁਰੂ ਹੋਣੀ ਨਾ, ਮੰਮੀ ਨੂੰ ਕਹਿਣਾ, ਮੰਮੀ ਬਟਾਲਾ ਆ ਗਿਆ। ਕਿ ਬਟਾਲੇ ਨੇ ਪਿਛਲੇ, ਜੇ ਮੇਰੀ 40 ਸਾਲ ਉਮਰ ਆ, ਮੈਂ ਆਪਣੀ 40 ਸਾਲ ਦੇ ਵਿੱਚ ਬਟਾਲੇ ਨੇ ਬਹੁਤ ਹੀ ਨਰਕ ਵਾਲੇ ਹਾਲਾਤ ਵੇਖੇ। ਟੁੱਟੀਆਂ ਸੜਕਾਂ, ਗੱਦੇ ਸੀਵਰੇਜ, ਅਸੀਂ ਏਡੀ ਵੱਡੀਆਂ ਕਲੋਨੀਆਂ 'ਚ ਕੋਠੀਆਂ ਪਾ ਕੇ ਬੈਠੇ ਹਾਂ, ਪਰ ਬਹੁਤ ਹੀ ਬੁਰੇ ਹਾਲਾਤ। ਇਹ ਪਿਛਲੇ 2 ਸਾਲ ਤੋਂ ਹੀ ਹੈ। ਸੁਖਦੀਪ ਤੇਜਾ ਜੀ ਨੇ ਬਾਜਵਾ ਸਾਹਿਬ ਦੀ ਰਹਿਨੁਮਾਈ 'ਚ, ਦੇਖੋ ਪਾਰਟੀ ਨੂੰ ਫੰਡ, ਬਟਾਲੇ ਨੂੰ ਫੰਡ ਪਹਿਲੀ ਵਾਰੀ ਨਹੀਂ ਆਇਆ। ਜੇ ਤੁਸੀਂ ਕਹਿ ਦਿਓ ਜਾਂ ਤੇ ਕੋਈ ਕਹਿੰਦਾ ਕਿ ਇਹ ਬਾਜਵਾ ਸਾਹਿਬ ਨੇ ਆਪਣੀ ਜੇਬ 'ਚੋਂ ਲਾਇਆ, ਤੇਜਾ ਸਾਹਿਬ ਨੇ ਜੇਬ 'ਚੋਂ ਲਾਇਆ, ਜੇਬ 'ਚੋਂ ਲਾਉਣ ਦੀ ਗੱਲ ਨਹੀਂ। ਇਹ ਪਾਰਟੀ ਨੂੰ ਫੰਡ ਪਹਿਲੀ ਵਾਰੀ ਨਹੀਂ ਆਇਆ, ਪਾਰਟੀ ਨੂੰ ਫੰਡ ਅੱਗੇ ਵੀ ਆਉਂਦਾ ਸੀ, ਪਰ ਅੱਗੇ ਸਭ ਨੂੰ ਪਤਾ ਹੀ ਹੈ ਕੁਝ ਆਉਂਦਾ ਸੀ ਤੇ ਕਿੱਥੇ ਜਾਂਦਾ ਸੀ ਤੇ ਕੀ ਹੁੰਦਾ ਸੀ। ਐਰਕੀ ਬਹੁਤ ਹੀ ਇਮਾਨਦਾਰੀ ਦੇ ਨਾਲ ਜਿੰਨਾ ਬਾਜਵਾ ਸਾਹਿਬ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ। ਬਟਾਲਾ ਬਾਬਾ ਨਾਨਕ ਦੀ ਨਗਰੀ ਹੈ। ਬਾਜਵਾ ਸਾਹਿਬ ਨੇ ਬਟਾਲੇ ਨੂੰ ਬਾਬੇ ਨਾਨਕ ਵਾਂਗਰ ਹੀ ਪੂਜਿਆ, ਔਰ ਜਿੰਨੀ ਬਟਾਲੇ ਦੀ ਖੁਸ਼ਕਿਸਮਤੀ ਹੈ ਕਿ ਅੱਜ ਬਾਜਵਾ ਸਾਹਿਬ ਸਾਡੇ ਸਰਪ੍ਰਸਤ ਹੈ। ਔਰ ਪਰ ਇੱਕ
ਸਰਪ੍ਰਸਤ ਨੂੰ ਵੀ ਥੱਲੇ ਇੱਕ ਪ੍ਰੇਰਨਾ ਦਕਸ਼ਕ ਚਾਹੀਦਾ ਹੁੰਦਾ, ਥੱਲੇ ਕੋ ਰਾਹ ਦਿਖਾਉਣ ਵਾਲਾ ਚਾਹੀਦਾ ਹੁੰਦਾ। ਔਰ ਸੁਖਦੀਪ ਤੇਜਾ ਜੀ ਨੇ ਬਾਜਵਾ ਸਾਹਿਬ ਨੂੰ ਬਹੁਤ ਹੀ ਵਧੀਆ ਰਾਹ ਦਿਖਾਇਆ। ਇਹਨਾਂ ਦੀ ਮੈਂ ਸਭ ਤੋਂ ਵੱਡੀ ਖਾਸੀਅਤ ਕੀ ਮੰਨਣਾ ਕਿ 2 ਸਾਲ ਪਹਿਲਾਂ ਜਦੋਂ ਸੁਖਦੀਪ ਤੇਜਾ ਜੀ, ਸਰਦਾਰ ਸੁਖਦੀਪ ਤੇਜਾ ਜੀ ਇਸ ਬਟਾਲੇ ਦੀ, ਜਦੋਂ ਬਟਾਲੇ ਦਾ ਡਿਵੈਲਪਮੈਂਟ ਸ਼ੁਰੂ ਹੋਈ, ਇਹਨਾਂ ਨੇ ਕਿਤੇ ਵੀ ਪਾਰਸ਼ੈਲਿਟੀ ਨਹੀਂ ਕੀਤੀ ਕਿ ਇਹ ਵਾਲਾ ਵਾਰਡ ਬੀਜੇਪੀ ਦਾ, ਇਹ ਵਾਲਾ ਵਾਰਡ ਆਮ ਆਦਮੀ ਪਾਰਟੀ ਦਾ ਜਾਂ ਇਹ ਵਾਲਾ ਕਾਂਗਰਸ ਦਾ, ਕਿ ਮੈਂ ਆਪਣੇ ਕਾਂਗਰਸ ਦੇ ਵਾਰਡ ਦੇ ਵਿੱਚ ਹੀ ਤਰੱਕੀ ਕਰਾਉਣੀ ਹੈ, ਡਿਵੈਲਪਮੈਂਟ ਕਰਾਉਣੀ ਹੈ। ਜਿਸ ਬੰਦੇ ਨੇ, ਜਿੱਥੋਂ ਇਹਨਾਂ ਨੂੰ ਜ਼ਰੂਰਤ ਮਹਿਸੂਸ ਹੋਈ, ਜਿੱਥੋਂ ਕਿਸੇ ਦਾ ਫੋਨ ਆਇਆ, ਜਿੱਥੇ ਇਹਨਾਂ ਨੇ ਦੇਖਿਆ, ਇਹਨਾਂ ਨੇ ਹਰ ਬਟਾਲੇ ਸ਼ਹਿਰ 'ਚ ਇੱਕ ਸਰਪ੍ਰਸਤ ਬਣ ਕੇ ਹੀ ਤਰੱਕੀ ਕਰਾਈ। ਬਿਲਕੁਲ ਸਲਾਹ ਜੀ, ਤੁਸੀਂ ਉਹਨਾਂ ਦੀ ਪਾਰਦਰਸ਼ਤਾ ਜਿਹੜੀ ਉਹ ਬੜੀ ਕਲੀਅਰ ਕਰ ਦਿੱਤੀ ਹੈ ਕਿ ਸੁਖਦੀਪ ਸਿੰਘ ਤੇਜਾ ਹੋਣਾ ਨੇ ਜਿਹੜੀ ਤਰੱਕੀ ਕੀਤੀ ਹੈ, ਜੋ ਸ਼ਹਿਰ ਦਾ ਵਿਕਾਸ ਕੀਤਾ ਹੈ, ਉਹ ਕਿਸੇ ਪਾਰਟੀਬਾਜ਼ੀ ਨੂੰ ਦੇਖ ਕੇ ਨਹੀਂ ਕੀਤਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜਿਹਨੂੰ ਧਰਮ ਨਿਰਪੱਖ ਪਾਰਟੀ ਕਹਿੰਦੇ, ਜਾਂ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਹੈ ਔਰ ਇੱਥੇ ਭਾਈਚਾਰੇ ਦਾ ਸਬੂਤ ਦਿੱਤਾ। ਇੱਥੇ ਜਨਤਾ ਦਾ ਫਤਵਾ ਜੋ ਵੀ ਹੋਵੇ, ਕਿਸੇ ਨੇ ਕਿਹਨੂੰ ਜਿਤਾਇਆ ਹੋਵੇ, ਇਹ ਮਾਇਨੇ ਨਹੀਂ ਸੀ ਰੱਖਦਾ। ਬਟਾਲਾ ਸ਼ਹਿਰ ਹੁਣ ਇਹ ਨਹੀਂ ਹੈ ਕਿ ਜਿਹੜੀਆਂ ਸੜਕਾਂ ਬਣੀਆਂ ਨੇ ਉੱਥੋਂ ਦੀ ਇੱਦਾਂ ਦਾ ਕੋਈ ਹੁਕਮ ਜਾਰੀ ਨਹੀਂ ਹੋਇਆ ਕਿ ਸਿਰਫ ਕਾਂਗਰਸੀ ਲੰਘਣਗੇ ਜੀ। ਉੱਥੋਂ ਦੀ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਆਪਣੀ ਗੱਡੀ ਲੈ ਕੇ, ਪੈਦਲ, ਸਕੂਟਰ ਤੇ, ਮੋਟਰਸਾਈਕਲ ਤੇ, ਜਿੱਥੋਂ ਦੀ ਮਰਜ਼ੀ ਜਾਵੇ। ਸੋ ਉਸ ਪਾਰਟੀ ਦੇ ਉਸ ਵਰਕਰ ਨੂੰ, ਉਸ ਵੋਟਰ ਨੂੰ ਇਹ ਤਾਂ ਪਤਾ ਚੱਲ ਹੀ ਜਾਏਗਾ ਕਿ ਉਹਦੀ ਵੋਟ ਜਿਹੜੀ ਸੀ ਕਿੱਥੇ ਜਾਣੀ ਚਾਹੀਦੀ ਸੀ ਤੇ ਕਿੱਥੇ ਚਲੀ ਗਈ, ਜੇਕਰ ਉਹਦੇ ਕੋਲੋਂ ਭੁਲੇਖੇ ਨਾਲ, ਗਲਤੀ ਨਾਲ ਚਲੀ ਗਈ ਹੈ। ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਨੂੰ ਮਾਣ ਵੀ ਹੈ, ਜਦੋਂ ਉਹ ਉਸ ਸੜਕ ਤੋਂ ਗੁਜ਼ਰਦੇ, ਉਸ ਪੁਲ ਤੋਂ ਗੁਜ਼ਰਦੇ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਵੋਟ ਉਸ ਜਗ੍ਹਾ 'ਤੇ ਪਈ ਹੈ, ਉਸ ਟਿਕਾਣੇ 'ਤੇ ਲੱਗੀ ਹੈ ਜਿਹਦੀ ਬੜੀ ਸਖਤ ਜ਼ਰੂਰਤ ਸੀ ਬਟਾਲਾ ਸ਼ਹਿਰ ਨੂੰ। ਔਰ ਪਿਛਲੇ ਕਈ ਸਾਲਾਂ ਤੋਂ ਤਰਸ ਰਿਹਾ ਸੀ ਬਟਾਲਾ। ਇਹ ਤਾਂ ਇਵੇਂ ਲੱਗ ਰਿਹਾ ਕਿ ਜਿਵੇਂ ਕਹਿੰਦੇ ਨਾ ਕਿ 12 ਸਾਲੀ ਕੁੰਭ ਦਾ ਮੇਲਾ ਆਉਂਦਾ, ਔਰ ਇਹ ਕੁੰਭ ਦੇ ਮੇਲੇ ਵਾਲਾ ਹਾਲ ਹੈ ਕਿ ਕੁੰਭ ਦਾ ਮੇਲੇ ਵਾਂਗ ਜਿੱਦਾਂ ਉੱਥੇ ਰੌਣਕਾਂ ਤੇ ਸਭ ਕੁਝ ਲੱਗਦਾ ਤੇ ਖੁੱਲ੍ਹੇ ਬਾਜ਼ਾਰ, ਬਟਾਲੇ ਸ਼ਹਿਰ ਦੇ ਬਾਜ਼ਾਰ ਵੀ ਖੁੱਲ੍ਹੇ ਹੋ ਗਏ। ਕੁੰਭ ਦਾ ਮੇਲਾ ਵੀ ਭਾਵੇਂ ਮੇਲੇ ਵਰਗਾ ਮੇਲਾ ਇੱਥੇ ਲੱਗ ਜੇ, ਲਗਾ ਸਕਦੇ ਜੇ, ਬੜੇ ਵਧੀਆ ਬਾਜ਼ਾਰ ਬਟਾਲੇ ਦੇ ਬਣ ਚੁੱਕੇ ਨੇ। ਸੋ ਆਖਰੀ ਦੇ ਵਿੱਚ ਮੈਂ ਤੁਹਾਡੇ ਤੋਂ ਮਹਾਜਨ ਸਾਹਿਬ ਇਹ ਪੁੱਛਣਾ ਚਾਹੂੰਗਾ ਕਿ ਬਟਾਲਾ ਸ਼ਹਿਰ 2022 ਆ ਰਹੀ ਹੈ, ਦਾਵਾ ਅਜੇ ਇੱਕ ਬੰਦਾ ਕਰ ਰਿਹਾ ਹੈ ਕਿ ਮੈਂ ਵਾਰਿਸ ਹਾਂ ਬਟਾਲੇ ਦਾ, ਕਾਂਗਰਸ ਪਾਰਟੀ ਵੱਲੋਂ। ਬੇਸ਼ੱਕ ਬੀਜੇਪੀ ਵੱਲੋਂ ਅਜੇ ਬਟਾਲਾ ਦੇ ਵਾਸਤੇ ਕਿਸੇ ਤਰ੍ਹਾਂ ਦਾ ਉਮੀਦਵਾਰ ਨਹੀਂ ਪਤਾ ਚੱਲ ਰਿਹਾ। ਅਕਾਲੀ ਦਲ ਵੀ ਦੋਰੇ ਬਿਆਨ ਆ ਰਹੇ ਨੇ ਵੀ ਇੱਥੋਂ ਪਤਾ ਨਹੀਂ ਅਕਾਲੀ ਦਲ ਵੱਲੋਂ ਕੌਣ ਆਏਗਾ। ਪਰ ਕਾਂਗਰਸ ਪਾਰਟੀ ਵੱਲੋਂ ਜਦੋਂ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਦਾ ਜ਼ਿਕਰ ਆਉਂਦਾ ਤੇ ਉਹ ਕਹਿੰਦੇ ਨੇ ਕਿ ਨਹੀਂ, ਉਹ ਤਾਂ ਫਤਿਹਗੜ੍ਹੋਂ ਹੀ ਇਲੈਕਸ਼ਨ ਲੜਨਗੇ। ਸੋ ਵਾਲੀ ਵਾਰਿਸ 2022 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬਟਾਲੇ ਦਾ ਹੋਏਗਾ ਕੌਣ? ਦੇਖੋ ਜੀ, ਇਹ ਵਾਲੀ ਵਾਰਿਸ ਤੈਅ ਕਰਨਾ ਤੇ ਪਹਿਲਾਂ ਹਾਈ ਕਮਾਂਡ ਦਾ ਕੰਮ ਹੈ। ਇਹ ਹਾਈ ਕਮਾਂਡ ਨੇ ਤੈਅ ਕਰਨਾ ਹੈ ਕਿ ਬਟਾਲੇ ਨੂੰ, ਔਰ ਹਾਈ ਕਮਾਂਡ ਨੇ ਬੜਾ ਸੋਚ ਸਮਝ, ਕਿਉਂਕਿ ਇਲੈਕਸ਼ਨ ਇੰਨੇ ਆਸਾਨ ਨਹੀਂ 2022 ਵਾਲੇ ਵੀ, ਔਰ ਬੜਾ ਟਫ ਕੰਪੀਟੀਸ਼ਨ ਹੈ, ਔਰ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਤੈਅ ਕਰਨਾ ਹੈ ਕਿ ਕਿੰਨੇ ਸੀਟ ਕੱਢਣੀ ਹੈ। ਇੱਕ ਬੰਦੇ ਨੇ ਵੋਟ ਮੰਗਣੀ ਹੈ ਤੇ ਵੋਟ ਮੰਗਣ ਤੋਂ ਪਹਿਲਾਂ ਕਹਿਣਾ ਕਿ ਵਾਅਦੇ ਕਰਨੇ ਹੈ ਕਿ ਮੈਂ ਇਹ ਕਰਾਂਗਾ, ਮੈਂ ਇਹ ਕਰਾਂਗਾ ਤੇ ਮੈਂ ਇਹ ਕਰਾਂਗਾ। ਇੱਕ ਬੰਦੇ ਨੇ ਸਭ ਕੁਝ ਕਰਵਾ ਕੇ ਵੋਟ ਮੰਗਣੀ ਹੈ, ਉਸ ਚੀਜ਼ 'ਚ ਬੜਾ ਫਰਕ ਆ ਜਾਂਦਾ ਮੇਰੇ ਹਿਸਾਬ ਨਾਲ। ਤੇ ਇਹ ਤੇ ਆਪਣੇ ਹਾਈ ਕਮਾਂਡ ਨੂੰ ਇਹ ਦੇਖਣਾ। ਸਲਨ ਜੀ, ਐਜ਼ ਏ ਵੋਟਰ, ਐਜ਼ ਏ ਸ਼ਹਿਰੀ ਔਰ ਐਜ਼ ਏ ਤੁਸੀਂ ਬਟਾਲਾ ਦੇ ਇੱਕ ਬਹੁਤ ਹੀ ਸੁਲਝੇ ਹੋਏ ਨਾਗਰਿਕ, ਤੁਹਾਡੇ ਮਨ ਦੇ ਵਿੱਚ ਕਿਹੜੀ ਤਸਵੀਰ ਹੈ ਕਿ ਤੁਹਾਡੇ ਬਟਾਲਾ ਦਾ ਵਾਰਿਸ ਕੌਣ ਹੋਵੇ? ਦੋ ਚਿਹਰੇ ਨੇ, ਇੱਕ ਅਸ਼ਵਨੀ ਸੇਖੜੀ ਹੈ, ਇੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਹਾਈ ਕਮਾਂਡ ਕੀ ਫੈਸਲਾ ਕਰਦੀ ਬਾਤ ਦੀ ਗੱਲ ਹੈ, ਪਰ ਸਲਨ ਮਹਾਜਨ ਆਪਣੇ ਮਨ ਦੇ ਵਿੱਚ ਕਿਹੜੀ ਤਸਵੀਰ ਜਿਹੜੀ ਹੈ ਉਹ ਉਕਰ ਕੇ ਬੈਠੇ ਹੋਏ? ਦੇਖੋ ਜੀ, ਜੋ ਪਿਛਲੇ 4-5 ਸਾਲ ਪਹਿਲਾਂ ਜੋ ਬਟਾਲੇ ਦਾ ਸਿਸਟਮ ਬਣ ਗਿਆ ਸੀ ਨਾ, ਬਟਾਲੇ ਕੋਈ ਆਪਣੀ ਬੇਟੀ ਦਾ ਰਿਸ਼ਤਾ ਕਰਕੇ ਖੁਸ਼ ਨਹੀਂ ਸੀ, ਕੋਈ ਆਪਣੇ ਬੱਚੇ ਨੂੰ ਰੱਖ ਕੇ ਖੁਸ਼ ਨਹੀਂ ਸੀ। ਕਾਰਨ ਕਿ ਚਾਰੇ ਬੰਨੇ ਬਹੁਤ ਬੁਰਾ ਹਾਲ ਸੀ। ਚਲੋ ਹੁਣ ਥੋੜ੍ਹਾ ਜਿਹਾ ਬਟਾਲੇ ਦੀ ਜੇ ਤਰੱਕੀ, ਇੱਕ ਵਿਕਾਸ ਦੀ ਲਹਿਰ ਚਲੀ ਹੈ, ਬਟਾਲੇ ਇੱਕ ਵਿਕਾਸ ਦੀ ਹਨੇਰੀ ਆਈ ਹੈ। ਅਸੀਂ ਚਾਹੁੰਦੇ ਹਾਂ ਵਿਕਾਸ ਦੀ ਹਨੇਰੀ ਰੁਕੇ ਨਾ, ਹੁਣ ਇਹ ਜਿਹੜੀ ਚਲਦੀ ਪਈ ਹੈ ਹਨੇਰੀ ਚਲਦੀ ਰਹੇ। ਰੋਕਣ ਵਾਲਾ ਕੌਣ ਹੈ ਤੇ ਹਨੇਰੀ ਚਲਾਉਣ ਵਾਲਾ ਕੌਣ ਹੈ? ਹੁਣ ਕੌਣ ਚਾਹੀਦਾ ਤੁਹਾਨੂੰ? ਦੇਖੋ, ਮੈਂ ਕੋਈ ਰੋਕਣ ਵਾਲੇ ਕਿਸੇ ਦੀ ਗੱਲ ਨਹੀਂ ਕੋਈ ਵੀ ਕੀਤੀ। ਮੈਂ ਤੁਹਾਨੂੰ ਅੱਗੇ ਵੀ ਕਿਹਾ, ਜੇ ਮੈਂ ਕਿਸੇ ਦਾ ਨਾਂ ਲੈ ਰਿਹਾ, ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਦੇ ਨਾਲ ਆ ਤੇ ਦੂਸਰੇ ਦੇ ਖਿਲਾਫ ਹਾਂ। ਮੈਂ ਇੱਕ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਇਆ, ਇੱਕ ਆਪਣੇ ਬੱਚਿਆਂ ਦੇ ਆਉਣ ਵਾਲੇ ਚੰਗੇ ਫਿਊਚਰ ਨੂੰ, ਅਸੀਂ ਆਪਣੇ ਇੱਕ ਚੰਗੇ ਅੱਗੇ ਲਾਈਫ ਸਟਾਈਲ ਨੂੰ ਵੇਖਦੇ ਹੋਇਆ, ਜੇ ਇਨਵਾਇਰਮੈਂਟ ਨਹੀਂ ਸਾਡੇ ਲਾਗੇ ਛਾਗੇ ਸਹੀ ਨਾ,
ਤੇ ਅਸੀਂ ਜੋ ਮਰਜ਼ੀ ਕਰ ਲਈਏ, ਸਾਡਾ ਲਾਈਫ ਸਟਾਈਲ ਨਹੀਂ ਵਧੀਆ ਹੋ ਸਕਦਾ। ਪ੍ਰੋਫੈਸਰ ਜੀ, ਮੈਂ ਫਿਰ ਕਿਉਂਕਿ ਸਮਾਂ ਜ਼ਿਆਦਾ ਹੋ ਰਿਹਾ, ਮੈਨੂੰ ਸਿਰਫ ਇੰਨਾ ਦੱਸ ਦਿਓ ਤੁਸੀਂ ਕਿ 2022 ਦੇ ਵਿੱਚ ਬਟਾਲੇ ਦਾ ਵਾਰਿਸ ਆਪਾਂ ਕੈਸਾ ਚਾਹੁੰਦੇ ਹਾਂ ਔਰ ਕੌਣ ਹੋ ਸਕਦਾ ਹੈ? ਤੁਹਾਡੇ ਮਨ ਦੀ ਤਸਵੀਰ ਦੱਸਣੀ ਹੈ, ਕੋਈ ਜਨਤਾ ਦਾ ਫੈਸਲਾ ਜਾਂ ਹਾਈਕਮਾਂਡ ਦਾ ਫੈਸਲਾ ਨਹੀਂ ਦੱਸਣਾ, ਪਰ ਹਾਈਕਮਾਂਡ ਨੂੰ ਪਤਾ ਤੇ ਲੱਗੇ ਕਿ ਬਟਾਲਾ ਦੀ ਜਨਤਾ ਜਿਹੜੀ ਹੈ, ਬਟਾਲਾ ਦੇ ਲੋਕ ਜਿਹੜੇ, ਉਹਨਾਂ ਦੇ ਦਿਲਾਂ 'ਚ ਕੌਣ ਹੈ। ਰਿਸ਼ਪਾਲ ਜੀ, ਤੁਸੀਂ ਵੀ ਜਿਸ ਤਰ੍ਹਾਂ ਮੈਂ ਬਟਾਲੇ ਦਾ ਨਾਗਰਿਕ ਹਾਂ, ਤੁਸੀਂ ਵੀ ਬਟਾਲੇ ਦਾ ਨਾਗਰਿਕ ਹੋ, ਤੁਸੀਂ ਵੀ ਸਭ ਕੁਝ ਦੇਖ ਰਹੇ ਹੋ। ਪਰ ਚਲੋ ਮੈਂ ਫਿਰ ਵੀ ਤੁਹਾਡੇ ਕਹਿਣ ਤੇ ਕਹਿਣਾ ਇੱਕ ਗੱਲ ਕਿ ਦੇਖੋ, ਬਾਜਵਾ ਸਾਹਿਬ ਤ੍ਰਿਪਤਰਿੰਦਰ ਸਿੰਘ ਬਾਜਵਾ ਜੀ ਬਹੁਤ ਸ਼ਹਿਰ ਦੀ ਡਿਵੈਲਪਮੈਂਟ ਕਰਾ ਰਹੇ ਹੈ। ਅਸੀਂ ਕਹਿੰਦੇ ਹਾਂ ਇਹ ਡਿਵੈਲਪਮੈਂਟ ਅੱਗੇ ਵੀ ਜਾਰੀ ਰਹਿਣੀ ਚਾਹੀਦੀ ਹੈ ਔਰ ਬਾਜਵਾ ਸਾਹਿਬ ਹੀ ਸਾਡੇ ਬਟਾਲੇ ਦੀ ਰਹਿਨੁਮਾਈ ਕਰਨ। ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਨਾਲ, ਬਹੁਤ ਹੀ ਜਿਹੜੇ ਟਫ ਜਿਹਾ ਸਵਾਲ, ਉਹਦਾ ਆਸਾਨ ਜਿਹਾ ਜਵਾਬ ਸਲੀਨ ਮਹਾਜਨ ਉਹਨਾਂ ਨੇ ਦਿੱਤਾ ਹੈ। ਔਰ ਇੱਕ ਸਵਾਲ ਦਾ ਜਵਾਬ ਤੁਸੀਂ ਦਿੰਦੇ ਸੀ, ਜਵਾਬ ਦਿੰਦੇ ਹੋਏ ਨਾ ਇੱਕ ਲਾਈਨ ਤੁਸੀਂ ਕਹੀ, ਹੋ ਸਕਦਾ ਵਿਰੋਧੀ ਉਸ ਚੀਜ਼ ਨੂੰ ਫੜ ਲੈਣ, ਉਹ ਲਫ਼ਜ਼ ਨੂੰ ਫੜ ਲੈਣ, ਗੱਬਰ ਸਿੰਘ। ਤੁਸੀਂ ਸੁਖਦੀਪ ਸਿੰਘ ਤੀਜਾ ਨੂੰ ਕਿਹਾ ਕਿ ਕੁਝ ਲੋਕ ਉਹਨਾਂ ਨੂੰ ਗੱਬਰ ਸਿੰਘ ਵੀ ਕਹਿੰਦੇ ਨੇ, ਪਰ ਇਹ ਨਹੀਂ ਤੁਸੀਂ ਦੱਸਿਆ ਕਿ ਇਹ ਗੱਬਰ ਸਿੰਘ ਸ਼ੋਲੇ ਫਿਲਮ ਵਾਲਾ ਕਿ ਕੋਈ ਹੋਰ ਗੱਬਰ ਹੈ। ਮੈਂ ਜੀ ਸੁਖਦੀਪ ਤੇ ਮੈਂ ਵਾਰਡ ਨੰਬਰ 30 ਦਾ ਵਾਸੀ ਹਾਂ। ਮੇਰੇ ਵਾਰਡ ਦੇ ਵਿੱਚ ਸੁਖਦੀਪ ਤੇਜਾ ਜੀ ਖੜੇ ਸੀ, ਠੀਕ ਹੈ। ਮੈਂ ਇੱਕ ਆਮ ਸਧਾਰਨ ਜਿਹਾ ਨਿਵਾਸੀ, ਇੱਕ ਛੋਟਾ ਜਿਹਾ ਕੱਪੜੇ ਦਾ ਦੁਕਾਨਦਾਰ ਹਾਂ। ਕੋਈ ਬਸ ਸਿਰਫ ਮੇਰੀ ਰਾਜਨੀਤੀ ਦਿਲਚਸਪੀ ਇਹ ਹੈ ਕਿ ਮੈਂ ਚਾਹੁੰਦਾ ਕਿ ਚੰਗੇ ਲੋਕ ਅੱਗੇ ਆਉਣ। ਔਰ ਮੈਂ ਇਹਨਾਂ ਦੀ ਸੁਖਦੀਪ ਤੇਜਾ ਜੀ ਦੀ ਇੱਕ ਰੈਲੀ ਸੀ, ਇੱਕ ਤੁਸੀਂ ਕਹਿ ਲਓ ਸਾਡੀ ਕਲੋਨੀ ਦੇ ਵਿੱਚ ਬਾਜਵਾ ਸਾਹਿਬ ਵੀ ਸੀ, ਉੱਥੇ ਆਏ ਸੀ। ਉੱਥੇ ਮੈਂ ਇੱਕ ਰੈਲੀ 'ਚ ਮੈਂ ਇੱਕ ਸ਼ਬਦ ਕਹੇ ਸੀ ਬਾਜਵਾ ਸਾਹਿਬ ਸਾਹਮਣੇ ਕਿ ਮੈਂ ਤੇਜਾ ਸਾਹਿਬ ਦੀ ਸ਼ਾਨ 'ਚ 2 ਸ਼ਬਦ ਕਹਿਣਾ ਚਾਹਾਂਗਾ। ਜਿਹੋ ਜਿਹੀ ਉਹਨਾਂ ਦੀ ਸ਼ਖਸੀਅਤ ਬਣੀ ਦੀ ਹੈ, ਕੁਛ ਤੁਹਾਨੂੰ ਪਤਾ ਹੀ ਹੈ ਕਿ ਤੇਜਾ ਸਾਹਿਬ ਦੇ ਖੜੇ ਹੋਣਾ, ਉਹਨਾਂ ਦੇ ਵਿਰੋਧੀ ਕੈਂਡੀਡੇਟ ਬਹਿ ਵੀ ਗਏ ਸੀ ਬੀਜੇਪੀ ਵਾਲੇ, ਠੀਕ ਹੈ ਜੀ। ਔਰ ਮੈਂ ਉਹਨਾਂ ਨੂੰ ਕਿਹਾ ਸੀ, ਜਿਸ ਤਰ੍ਹਾਂ ਇੱਕ ਫਿਲਮ ਆਈ ਸੀ ਸ਼ੋਲੇ, ਉਹਦੇ 'ਚ ਡਾਇਲੌਗ ਸੀ, ਗੱਬਰ ਸਿੰਘ ਮਾਂ ਕਹਿੰਦੀ ਹੈ ਸੋ ਜਾ ਬੱਚੇ ਨਹੀਂ ਤਾਂ ਗੱਬਰ ਸਿੰਘ ਆ ਜਾਏਗਾ। ਅੱਜ ਵਿਪਕਸ਼ੀ ਪਾਰਟੀਆਂ ਕਹਿੰਦੀਆਂ ਬਹਿ ਜਾ ਨਹੀਂ ਤਾਂ ਸੁਖਦੀਪ ਤੇਜਾ ਆ ਜਾਏਗਾ। ਸੋ ਭਾਈ ਉਹਨਾਂ ਨੂੰ ਕਹਿੰਦੀਆਂ ਸੀ, ਉਹਨਾਂ ਦੀਆਂ ਘਰ ਦੀਆਂ ਮਾਵਾਂ ਕਹਿੰਦੇ ਨੇ ਕਿ ਟਿਕਟ ਵਾਪਸ ਲੈ ਲੈ, ਬਹਿ ਜਾ, ਨਾਲ ਲੜੀ ਇਲੈਕਸ਼ਨ, ਸੁਖਦੀਪ ਤੇਜਾ ਆ ਜਾਏਗਾ। ਸੋ ਇਹ ਕਹਿਣਾ ਹੈਗਾ ਸਲੀਨ ਮਹਾਜਨ ਜੀ। ਸਾਡੇ ਨਾਲ ਹੋਰ ਵੀ ਇਸੇ ਡਾਇਮੰਡ ਕਲੋਨੀ ਤੋਂ ਹੋਰ ਸ਼ਹਿਰੀ ਵੀ ਸਾਡੇ ਨਾਲ ਹੀ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ। ਸੋ ਸਾਡੇ ਨਾਲ ਬੱਬੂ ਵੇਦ ਜੀ ਨੇ। ਬੱਬੂ ਜੀ, ਤੁਹਾਡਾ ਜਿਹੜਾ ਇਸ ਵੇਲੇ ਰਾਏ ਹੈ, ਤੁਹਾਡੇ ਮਨ ਦੀ ਗੱਲ ਕਰਾਂ ਤਾਂ ਬਟਾਲਾ ਮੇਅਰ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਲੱਗ ਰਹੀ ਹੈ ਔਰ ਕਿਹਦੀ ਲੱਗ ਰਹੀ ਹੈ? ਜੀ ਆਇਆਂ ਨੂੰ ਜੀ, ਮੈਂ ਸਲੀਨ ਹੋਣਾ ਨੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਹੈ। ਬਟਾਲੇ 'ਚ ਇਸ ਵੇਲੇ ਨਾਂ ਇੱਕੋ ਹੀ ਹੈ, ਸੁਖਦੀਪ ਤੇਜਾ ਜੀ, ਜਿਨ੍ਹਾਂ ਨੇ ਸਾਰਾ ਕੰਮ ਕੀਤਾ, ਡਿਵੈਲਪਮੈਂਟ ਕੀਤੀ ਹੈ। 50 ਅਵਾਰਡ ਲੜਾਏ ਨੇ ਤੇ ਜਿੱਤੇ ਨੇ, 36 ਅਵਾਰਡ ਜਿੱਤੇ ਨੇ। ਤੇ ਅਸੀਂ ਚਾਹੁੰਦੇ ਹਾਂ ਕਿ ਉਹ ਮੇਅਰ ਇਹੀ ਬਣਨ ਤੇ ਡਿਵੈਲਪਮੈਂਟ ਜਿਹੜੀ ਹੈ ਹੋਰ ਹੋਵੇ ਸਾਡੇ। ਜੀ ਜੀ। ਸੋ ਡਿਵੈਲਪਮੈਂਟ ਦਾ ਜ਼ਿਕਰ ਹੈ ਨਾ, ਜਿਹੜਾ ਡਿਵੈਲਪਮੈਂਟ ਵਾਲੀ ਕਹਾਣੀ ਹੈ, ਸੋ ਕੰਮ ਮੂੰਹੋਂ ਬੋਲਦੇ ਨੇ, ਕੰਮ ਜੇਕਰ ਕੀਤੇ ਹੋਣ ਤਾਂ ਕੰਮ ਹੀ ਤੁਹਾਡੀ ਜਿਹੜੀ ਹੈ ਪਹਿਚਾਣ ਬਣ ਜਾਂਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਬਟਾਲੇ ਦੇ ਵਿੱਚ ਕੰਮ ਹੋ ਰਹੇ ਨੇ, ਤਾਂ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਵੀ ਸਭ ਇੱਦਾਂ ਵੀ ਤਾਂ ਹੋ ਸਕਦਾ ਹੈ ਕਿ ਲੋਕ ਕਹਿਣ ਕਿ ਸਾਡੇ ਹਲਕੇ ਦੇ ਵਿੱਚ ਵੀ ਤ੍ਰਿਪਤਰਿੰਦਰ ਸਿੰਘ ਬਾਜਵਾ ਵਰਗਾ ਮੰਤਰੀ ਹੋਵੇ, ਜਿੱਦਾਂ ਉਹਨਾਂ ਨੇ ਨਰਕ ਨੂੰ ਸਵਰਗ ਬਣਾਇਆ ਤੇ ਸਾਡੇ ਵੀ ਨਰਕ ਜਿਹੜੇ ਨੇ ਸਵਰਗ 'ਚ ਹੋ ਜਾਣ। ਬਿਲਕੁਲ ਜੀ, ਬਿਲਕੁਲ। ਲੱਗਦਾ ਤੁਹਾਨੂੰ ਇਹ ਆਵਾਜ਼ ਆਏਗੀ? ਬਿਲਕੁਲ ਆਏਗੀ ਜੀ, ਆਏਗੀ। ਬਾਜ ਸਾਹਿਬ ਨੇ ਜੋ ਡਿਵੈਲਪਮੈਂਟ ਕਰਾਈ ਹੈ ਬਟਾਲੇ 'ਚ ਦੇਖਣ ਵਾਲੀ ਹੈ ਜੀ। ਅਸੀਂ ਵੇਖਦੇ ਰਹੇ ਅੱਗੇ, ਸਿਰੋਂ ਜਦੋਂ ਬਾਬੇ ਦਾ ਵਿਆਹ ਹੋਣਾ ਸੀ ਤੇ ਉਦੋਂ ਸੜਕਾਂ ਬਣਦੀਆਂ ਸੀ। ਹੁਣ ਤੇ ਇੰਨੀਆਂ ਸੜਕਾਂ ਬਣ ਗਈਆਂ, ਇਹ ਤਾਂ ਮੈਨੂੰ ਲੱਗਦਾ 10 ਸਾਲ ਜਾਣੀਆਂ ਨਹੀਂ ਕਿਤੇ। 9-9 ਇੰਚ ਮੋਟੀ ਸਲੈਬ ਪਈ ਹੈ, ਇਹ ਕਲਾਸ ਕੰਮ ਹੋਇਆ। ਅੱਛਾ, 60-40 ਵਾਲਾ ਬੜਾ ਮਸ਼ਹੂਰ ਸੀ ਇੱਕ ਕਿੱਸਾ, ਉਹਦੇ ਬਾਰੇ ਜਾਣਦੇ ਕੁਛ? ਬਿਲਕੁਲ ਜੀ, 60-40 ਸਾਰੇ ਸ਼ਹਿਰ ਨੇ ਵੇਖਿਆ ਜੀ। ਜੋ ਬਦਕਿਸਮਤੀ ਰਹੀ ਹੈ ਸਾਡੇ ਸ਼ਹਿਰ ਦੀ ਕਿ ਉਹ ਪਾਰਟੀਆਂ ਰਲ ਗਈਆਂ ਜਿਹੜੀਆਂ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੀਆਂ, ਭਾਈਵਾਲੀ ਰਹੀ ਉਹਨਾਂ ਦੀ। ਤੇ 60-40 ਪੂਰਾ ਸਾਰੇ ਸ਼ਹਿਰ ਨੂੰ ਪਤਾ ਜੀ। ਆ ਜਿਹੜੀ ਹੁਣ ਹੋਈ ਹੈ ਇਹ ਕਿਹਦੇ ਕਰਕੇ ਹੋ ਗਈ? ਇਹਦੇ 'ਚ 60-40 ਹੈ ਨਹੀਂ ਸੀ ਕਿ ਜਾਂ ਜ਼ਿਆਦਾ ਤਾਂਠਾ ਹੋ ਗਿਆ ਕੰਮ, 80 ਵੀ ਹੋ ਗਿਆ ਕਿ 50-50 ਹੋ ਗਿਆ? ਇਹ ਤਾਂ ਤੁਸੀਂ ਵੀ ਜਾਣਦੇ ਜੀ, ਪੂਰੀ ਏ ਕਲਾਸ ਕੰਮ ਹੋਇਆ ਜੀ। ਇਹ 'ਚ ਕੋਈ ਕਮਿਸ਼ਨ ਉਹਦਾ ਰੋਲਾ ਨਹੀਂ। ਕੋਈ ਬੰਦਾ ਇੱਕ ਵੀ ਕਹਿ ਦੇ ਉਂਗਲ ਖੜੀ ਕਰਕੇ ਕਿ ਮੈਂ ਕਮਿਸ਼ਨ ਦਿੰਦਾ ਹਾਂ, ਏ ਕਲਾਸ ਕੰਮ ਲੈਂਦੇ। ਸੁਖਣੇ ਰਾਤ ਨੂੰ, ਗੁੱਡੂ ਨੇ ਰਾਤ ਨੂੰ ਖਲੋ ਕੇ ਕੰਮ ਦੇਖਦੇ ਨੇ ਕਿ ਕੀ ਕੰਮ ਹੋ ਰਿਹਾ। ਇਹਨਾਂ ਦੀਆਂ ਇੰਸਪੈਕਸ਼ਨਾਂ ਵੀ ਕਰਾਈਆਂ, ਸਭ ਕੁਝ ਏ ਕਲਾਸ ਨਿਕਲਿਆ, ਕੋਈ ਇਹ 'ਚ ਰੌਲਾ ਹੀ ਨਹੀਂ। ਪਹਿਲੀ ਵਾਰ ਬਟਾਲਾ ਨਗਰ ਨਿਗਮ ਬਣਿਆ, ਪਹਿਲੀ ਵਾਰੀ ਇੰਪਰੂਵਮੈਂਟ ਟਰਸਟ ਬਣੀ ਹੈ ਬਟਾਲੇ ਦੀ। ਬਟਾਲਾ ਦੇ ਖਾਸ ਕਰਕੇ ਜਿਹੜੇ ਪੌਸ਼ ਇਲਾਕੇ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸ਼ਹਿਰੀ ਨੇ ਬਹੁਤ ਵੱਡੇ ਟੈਕਸ ਦਿੰਦੇ ਨੇ, ਕਾਰੋਬਾਰੀ ਨੇ ਬਹੁਤ ਵੱਡਾ ਟੈਕਸ ਦਿੰਦੇ ਨੇ, ਵਪਾਰੀ ਨੇ ਬਹੁਤ ਵੱਡਾ ਟੈਕਸ ਦਿੰਦੇ ਨੇ, ਆਮ ਨਾਗਰਿਕ ਚਾਹੇ ਡੱਬੀ ਵੀ ਕਿਉਂ ਨਹੀਂ ਲੈਂਦਾ ਤਾਂ ਵੀ ਟੈਕਸ ਦਿੰਦਾ। ਇਸ ਵਾਰੀ ਜਿਹੜੀ ਜਨਤਾ ਦੇ ਟੈਕਸ ਦਾ ਪੈਸਾ
ਉਹਦੀ ਵਰਤੋਂ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੋਈ ਹੈ ਜੀ? ਬਿਲਕੁਲ ਬਿਲਕੁਲ ਸਹੀ ਹੋਈ ਹੈ ਜੀ, ਬਿਲਕੁਲ ਬਿਲਕੁਲ ਟਿਕਾਣੇ ਦੇ ਪੈਸੇ ਲੱਗੇ ਆ ਜੀ। ਜੋ ਸ਼ਹਿਰ ਨੂੰ ਚਾਹੀਦਾ ਸੀ ਉਹ ਹੋਇਆ, ਤੇ ਕੰਮ ਅੱਗੇ ਵੀ ਹੁੰਦੇ ਰਹਿਣੇ। ਅੱਛਾ ਫਿਰ ਸਾਹਿਬ, ਇਹ ਕੰਮ ਨੂੰ ਬ੍ਰੇਕ ਨਾ ਲੱਗੇ, ਇਹ ਐਕਸੀਲੇਟਰ ਏਡੀ ਕੁ ਜ਼ੋਰਦਾਰ ਦੱਬਿਆ ਜਾਵੇ ਕਿ ਸਪੀਡ ਅੱਗੇ ਨਾਲੋਂ ਵੀ ਵਿਕਾਸ ਦੀ ਵੱਧ ਜਾਵੇ, ਤੇਜ਼ੀ ਦੇ ਨਾਲ ਵੱਧ ਜਾਵੇ, ਉਹਦੇ ਵਾਸਤੇ ਸਰਕਾਰ ਨੂੰ ਕੀ ਕਦਮ ਚੁੱਕਣੇ ਪੈਣ? ਅਸੀਂ ਕਹਿੰਦੇ 2022 'ਚ ਸਾਡੇ ਬਾਜਵਾ ਸਾਹਿਬ ਬਟਾਲੇ ਲੜਨ ਅੱਛਾ, ਤੇ ਦੁਬਾਰਾ ਵੱਡੇ ਮੰਤਰੀ ਬਣ ਕੇ ਆਣ ਤੇ ਡਿਵੈਲਪਮੈਂਟ ਹੋਰ ਹੋਵੇ ਤੇ ਬਟਾਲਾ ਇੱਕ ਵਾਰੀ ਸੁਰਗੀਆਂ ਜਾ ਜੇ। ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਹੈਗਾ, ਉਸ ਸਮੇਂ ਦੇ ਵਿੱਚ ਨਾ ਐਮਐਲਏ ਬਰਾਬਰ ਹੀ ਇੱਕ ਸੀਟ ਹੈ, ਉਹਨੂੰ ਮੇਅਰ ਦੀ ਸੀਟ ਕਹਿੰਦੇ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੰਦਾ ਮੇਅਰ ਦੀ ਸੀਟ ਤੇ ਬੈਠੇਗਾ ਉਹ 2022 ਵਾਸਤੇ ਰਸਤਾ ਹੋਰ ਵਧੀਆ ਨਹੀਂ ਬਣਾ ਦੇਗਾ? ਕਿਉਂਕਿ ਉਹ ਵਿਕਾਸ ਇੰਨਾ ਕਰੇਗਾ ਨਾ, ਕੰਮ ਜ਼ਿਆਦਾ ਕਰੇਗਾ, ਕਿਉਂਕਿ 2022 ਜਿਹੜੀ ਹੈ ਉਹ ਵਿਕਾਸ ਦੀ ਹਨੇਰੀ ਦੇ ਨਾਂ ਤੇ ਵੀ ਤੇ ਜਿੱਤੀ ਜਾ ਸਕਦੀ। ਬਿਲਕੁਲ ਸੀਟ ਤੇ ਜਿੱਤੀ ਜਾਏਗੀ। ਅਸੀਂ ਚਾਹੁੰਦੇ ਹਾਂ ਬਾਜਵਾ ਸਾਹਿਬ ਲੜਨ ਇੱਥੋਂ ਤੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਈਏ ਜੀ। ਵਿਸਾ ਫਿਰ ਮੇਅਰ ਕੌਣ ਹੋਵੇ, ਕਿਹੜਾ ਮੇਅਰ ਹੈ ਜਿਹੜਾ 2022 ਦੇ ਵਿੱਚ ਜਿੱਤ ਨੂੰ, ਮਤਲਬ ਜਿਹਨੂੰ ਵੀ ਟਿਕਟ ਮਿਲਦੀ ਹੈ ਜਿੱਤ ਯਕੀਨੀ ਕਰਦੇ ਕਿ ਇਹ ਕਾਂਗਰਸ ਜਿੱਤੇਗੀ? ਦੇਖੋ ਜੀ, ਸੁਖ ਤੇਜਾ ਹੋਣੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ, ਸਾਰੀ ਆਪਣੀ ਟੀਮ ਨੂੰ ਵੀ। ਹੁਣ ਜਿਹੜੇ 36 ਜਿੱਤੇ ਨੇ, ਜਿਹੜੇ ਨਹੀਂ ਵੀ ਜਿੱਤੇ ਉਹ ਵੀ ਨਾਲ ਟੀਮ ਆਏਗੀ, ਜਿਹੜੇ 14 ਦੂਜੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ। ਸੁਖ ਤੇਜਾ ਹੋਣਾ ਚਾਹੀਏ, ਕਾਬਲੀਅਤ ਹੈ ਜੀ, ਡਿਵੈਲਪਮੈਂਟ ਹੋਏਗੀ। ਉਹਨਾਂ ਦੇ ਵਾਰਡਾਂ 'ਚ ਵੀ ਹੋਣੀ ਹੈ ਜਿਹੜੇ ਵਾਰਡ ਹਰੇ ਹੈ। ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹਾ ਬੰਦਾ ਅੱਗੇ ਆਉਣਾ ਚਾਹੀਦਾ। ਸੋ ਤੁਹਾਨੂੰ ਲੱਗਦਾ ਕਿ ਜਦੋਂ ਉਹਨਾਂ ਵਾਰਡਾਂ 'ਚ ਵੀ ਤਰੱਕੀ ਹੋਏਗੀ, ਉਹਨਾਂ ਵਾਰਡਾਂ 'ਚ ਵੀ ਕੰਮ ਹੋਏਗਾ, ਤੇ ਜਿਹੜੇ ਵਾਰਡ ਇਸ ਵੇਲੇ ਜਿਨ੍ਹਾਂ ਨੂੰ ਅਸੀਂ ਹਰੇ ਕਹਿ ਰਹੇ ਹਾਂ, ਪਰ ਹਰੇ ਵੀ ਐਵੇਂ ਚੰਦ ਕੋ ਵੋਟਾਂ ਦੇ ਨਾਲ ਉੱਪਰ ਹੇਠਾਂ ਹੋਇਆ ਕੰਮ, ਤੇ ਇਹ ਵੀ ਤੇ ਹੋ ਸਕਦਾ ਕਿ ਉਹ ਲੋਕ 2022 ਦੇ ਵਿੱਚ ਕਹਿਣ ਕਿ ਇਸ ਵਾਰੀ ਤੇ ਗਲਤੀ ਹੋਈ ਹੈ, 2022 'ਚ ਨਹੀਂ ਕਰ। ਬਿਲਕੁਲ ਜੀ, ਉਹ ਆਪਣੀ ਗਲਤੀ ਨੂੰ ਮੰਨਣਗੇ ਬੰਦੇ ਜਿਨ੍ਹਾਂ ਨੇ ਵਾਰਡ ਹਰਾਏ ਨੇ, ਟ੍ਰਾਇੰਗਲ ਮੁਕਾਬਲੇ 'ਚ ਹਰਿਆ ਜਾਂ ਕਿਸੇ ਕਾਰਨ ਹਰਿਆ, ਸਾਜ਼ਿਸ਼ ਵੀ ਹੋ ਸਕਦੀ। ਬਿਲਕੁਲ ਜੀ, ਬਿਲਕੁਲ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਸਲੀਮ ਮਹਾਜਨ ਜੀ ਔਰ ਨਾਲ ਸਾਡੇ ਬੱਬੂ ਵਿੱਚ ਜੀ। ਸੋ ਇਹਨਾਂ ਵੱਲੋਂ ਬੜਾ ਕਲੀਅਰ ਕੱਟ ਔਰ ਸਾਫ਼ ਸੁਥਰੇ ਲਫ਼ਜ਼ਾਂ 'ਚ ਇਹਨਾਂ ਨੇ ਕੋਈ ਵੀ ਐਸੀ ਗੱਲ ਜਲੇਬੀ ਵਾਂਗ ਵੜਬੜੂ ਪਾ ਕੇ ਨਹੀਂ ਕੀਤੀ, ਬੜੀ ਸਿੱਧੀ ਜੀ ਗੱਲ ਕੀਤੀ ਹੈ ਕਿ ਬਟਾਲੇ ਨੂੰ ਜੋ ਨਰਕ ਤੋਂ ਸਵਰਗ 'ਚ ਬਦਲਿਆ ਹੈ ਤਾਂ ਕਿਹਨਾਂ ਨੇ ਬਦਲਿਆ ਤੇ ਕੌਣ ਕੌਣ ਇਹਦੇ ਹੱਕਦਾਰ ਨੇ ਇਸ ਸੇਵਾ ਦੇ ਬਦਲੇ ਮੇਵਾ ਦੇ। ਕਿਉਂਕਿ ਕਹਿੰਦੇ ਆ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਵੇਖ ਲੇ, ਇਹ ਤੇ ਕਹਿੰਦੇ ਆ, ਪਰ ਹੁਣ ਇਹ ਸਾਬਤ ਕਰਨ ਦੀ ਲੋੜ ਹੈ ਕਿ ਵਾਕਿਆ ਹੀ ਸੇਵਾ ਨੂੰ ਮੇਵਾ ਮਿਲਦਾ ਹੈ। ਸਾਰਿਆਂ ਦਾ ਇਹੀ ਕਹਿਣਾ ਕਿ ਸੁਖਦੀਪ ਸਿੰਘ ਤੇਜਾ ਉਹਨਾਂ ਨੇ ਦਿਨ ਰਾਤ ਬਟਾਲਾ ਦੇ ਵਿਕਾਸ ਦੇ ਲਈ, ਬਟਾਲਾ ਦੀ ਸੇਵਾ ਦੇ ਵਿੱਚ ਜਾਗੇ ਨੇ। ਹਰ ਇੱਕ ਚੀਜ਼ ਨੂੰ ਆਪ ਆਪਣੇ ਹੱਥੀਂ, ਸੜਕਾਂ ਨੂੰ, ਸੀਵਰੇਜਾਂ ਨੂੰ, ਹਰ ਜਗ੍ਹਾ ਸਿਰ ਤੇ ਖਲੋ ਕੇ ਕੰਮ ਕੀਤੇ ਨੇ। ਬਟਾਲਾ ਸ਼ਹਿਰ ਦੀ ਜਨਤਾ ਇੱਕ ਹੀ ਸੁਰ 'ਚ, ਇੱਕ ਹੀ ਆਵਾਜ਼ ਦੇ ਨਾਲ, ਇੱਕ ਹੀ ਨਾਮ ਉਹਨਾਂ ਦੀ ਜ਼ੁਬਾਨ ਤੇ ਹੈ, ਸੁਖਦੀਪ ਸਿੰਘ ਤੇਜਾ। ਸੋ ਉਹਨਾਂ ਦਾ ਕਹਿਣਾ ਕਿ 2022 ਇੱਕ ਤਰਫਾ ਕਰਨੀ ਹੈ, ਕਾਂਗਰਸ ਪਾਰਟੀ ਨੇ ਜਿੱਤਣੀ ਹੈ, ਤੇ ਉਹਦੇ ਵਾਸਤੇ ਮੇਅਰ ਦੀ ਕੁਰਸੀ ਤੇ ਸੁਖਦੀਪ ਸਿੰਘ ਤੇਜਾ ਜੋ ਬੇਦਾਗ ਇਨਸਾਨ ਨੇ, ਮਿਲਣਸਾਰ ਨੇ, ਹਰ ਇੱਕ ਦੇ ਨਾਲ ਬਗੈਰ ਪਾਰਟੀ ਦੇ ਭੇਦਭਾਵ ਤੋਂ ਹਰ ਇੱਕ ਦੇ ਨਾਲ ਚੱਲਦੇ ਨੇ, ਹਰ ਇੱਕ ਦਾ ਕੰਮ ਕਰਾਉਂਦੇ ਨੇ, ਮੱਥੇ ਤੇ ਕਦੀ ਤਿਉੜੀ ਨਹੀਂ ਪਾਉਂਦੇ, ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਚਿਹਰਾ ਜਦੋਂ ਵੀ ਤੁਸੀਂ ਮਿਲੋਗੇ ਤੁਹਾਨੂੰ ਦਿਖਾਈ ਦੇਗਾ। ਸੋ ਐਸੀ ਸ਼ਖਸੀਅਤ ਨੂੰ ਉਹ ਚਾਹੁੰਦੇ ਨੇ ਕਿ ਮੇਅਰ ਦੀ ਕੁਰਸੀ, ਜੇ ਕਿ ਪਹਿਲੀ ਵਾਰ ਮੇਅਰ ਦੀ ਕੁਰਸੀ ਬਟਾਲੇ ਦੇ ਵਿੱਚ ਸਥਾਪਿਤ ਹੋਈ ਹੈ, ਉਸ ਕੁਰਸੀ ਤੇ ਚਾਹੁੰਦੇ ਕਿ ਚੰਗਾ ਸਗਨ ਹੋਵੇ, ਕੋਈ ਸੁਲੱਖਣਾ ਸੱਜਣ ਸੁਲੱਖਣੀ ਘੜੀ ਦੇ ਵਿੱਚ ਸੁਲੱਖਣੇ ਕੰਮ ਦੇ ਲਈ ਬੈਠੇ। ਸੋ ਇਹ ਮਾਤਾ ਸੁਲੱਖਣੀ ਦਾ ਸ਼ਹਿਰ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ, ਭੋਲੇ ਸ਼ੰਕਰ ਸ਼ਿਵ ਜੀ ਮਹਾਰਾਜ ਦੇ ਜੋ ਪਾਵਨ ਅਸਥਾਨ ਨੇ ਸ਼੍ਰੀ ਅਚਲੇਸ਼ਵਰ ਧਾਮ, ਉਹਨਾਂ ਦਾ ਇਹ ਸ਼ਹਿਰ ਹੈ। ਸੋ ਇਸ ਸ਼ਹਿਰ ਨੂੰ ਧਾਰਮਿਕ ਪੱਖੋਂ, ਇਤਿਹਾਸਕ ਪੱਖੋਂ ਵੀ ਦੇਖਿਆ ਜਾਵੇ ਤਾਂ ਬਹੁਤ ਹੀ ਮਹਾਨ ਸ਼ਹਿਰ ਹੈ, ਔਰ ਇਹਦੀ ਮਹਾਨਤਾ ਹੋਰ ਵੀ ਵੱਧ ਸਕਦੀ ਹੈ ਅਗਰ ਬਟਾਲਾ ਦੀ ਮੇਅਰ ਦੀ ਕੁਰਸੀ ਦੇ ਉੱਤੇ ਇੱਕ ਕਾਬਲ ਇਨਸਾਨ ਬੈਠੇ ਔਰ ਕਾਂਗਰਸ ਪਾਰਟੀ ਦਾ ਆਪਣੇ ਕਾਰਜਾਂ ਦੇ ਨਾਲ, ਆਪਣੇ ਵਿਕਾਸ ਦੇ ਨਾਲ ਝੰਡਾ ਬੁਲੰਦ ਕਰੇ। ਹੁਣ ਬਾਕੀ ਹਾਈ ਕਮਾਂਡ ਦਾ ਕੰਮ ਹੈ। ਕੈਪਟਨ ਅਮਰਿੰਦਰ ਸਿੰਘ ਜੀ ਕੀ ਚਾਹੁੰਦੇ ਨੇ, ਸੁਨੀਲ ਜਾਖੜ ਜੀ ਕੀ ਚਾਹੁੰਦੇ ਨੇ, ਪਾਰਟੀ ਪ੍ਰਧਾਨ ਨੇ, ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਮੰਤਰੀ ਵੀ ਨੇ ਇਸ ਮਹਿਕਮੇ ਦੇ। ਸੋ ਉਹਨਾਂ ਦੇ ਮਨਾਂ 'ਚ ਕੀ ਹੈ, ਸੋ ਇਹਨਾਂ ਸਾਰਿਆਂ ਦੀ ਰਾਏ ਨੋਟੀਫਿਕੇਸ਼ਨ ਤੋਂ ਬਾਅਦ ਜਾਰੀ ਹੋਏਗੀ। ਬੇਸ਼ੱਕ ਬਟਾਲੇ ਦੇ ਮਨਾਂ ਦੇ ਵਿੱਚ ਇਸ ਵੇਲੇ ਇੱਕ ਹੀ ਆਵਾਜ਼ ਹੈ, ਸੁਖਦੀਪ ਸਿੰਘ ਤੇਜਾ, ਯਾਨੀ ਕਿ ਸੁਖ ਸਰਪੰਚ। ਰਾਜਨੀਤੀ ਦੇ ਮੰਚ ਕੀ ਹੈ, ਇਹ ਇੱਕ ਰਾਜ ਹੀ ਹੈ। ਇਹ ਕਦੋਂ ਖੋਲਣਗੇ, ਕਦੋਂ ਪਰਦਾ ਚੱਕਣਗੇ, ਸਮੇਂ ਦਾ ਇੰਤਜ਼ਾਰ ਕਰੋ। ਵੇਖਦੇ ਰਹੋ ਹੱਕ ਸੱਚ ਦੀ ਆਵਾਜ਼ ਦਾ ਟੀਵੀ NRI। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।